ਅੱਜ ਅਸੀਂ ਤੁਹਾਨੂੰ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਗੁਜ਼ਾਰਿਆ। ਆਪਦੀਆਂ ਕਵਿਤਾਵਾਂ ਦੇ ਜ਼ਰੀਏ, ਆਪਦੀਆਂ ਰਚਨਾਵਾਂ ਦੇ ਜ਼ਰੀਏ। ਸਾਡੇ ਨਾਲ ਨੇ ਡਾਕਟਰ ਹਰਪ੍ਰੀਤ ਕੌਰ ਔਲਖ ਮੈਮ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਪਹਿਲਾਂ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਆਪਦੇ ਕੀਮਤੀ ਸਮੇਂ 'ਚੋਂ ਸਾਡੇ ਲਈ ਸਮਾਂ ਕੱਢਿਆ। ਅਤੇ ਮੈਮ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੀ, ਤਾਂ ਪਹਿਲੀ ਵਾਰ ਕਦੋਂ ਜ਼ਿੰਦਗੀ 'ਚ ਕਵਿਤਾ ਲਿਖਣ ਬਾਰੇ ਸੋਚਿਆ ਜਾਂ ਇਸ ਖੇਤਰ 'ਚ ਆਉਣ ਬਾਰੇ ਸੋਚਿਆ, ਜਾਂ ਤੁਹਾਡੀ ਐਜੂਕੇਸ਼ਨਲ ਬੈਕਗਰਾਊਂਡ ਕੀ ਹੈ ਉਹ ਸਾਨੂੰ ਦੱਸੋ। ਸਤਿ ਸ਼੍ਰੀ ਅਕਾਲ ਦਿਲਪ੍ਰੀਤ। ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ, ਤੁਹਾਡੀ ਸਾਰੀ ਟੀਮ ਨੂੰ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦੀ ਹਾਂ ਕਿ ਮੈਂ ਇੱਥੇ ਰਿਮਟ ਯੂਨੀਵਰਸਿਟੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਬਤੌਰ ਸੇਵਾਵਾਂ ਨਿਭਾ ਰਹੀ ਹਾਂ ਆਪਣੀਆਂ। ਸ਼ੁਰੂ ਤੋਂ ਹੀ ਮੈਨੂੰ ਲਿਖਣ ਦਾ ਸ਼ੌਂਕ ਸੀ। ਛੋਟੇ ਹੁੰਦਿਆਂ ਹੀ ਜਿਵੇਂ ਮਤਲਬ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ, ਤਾਂ ਪੇਰੈਂਟਸ ਨੇ ਮਤਲਬ ਮੰਮਾ ਹੋਰਾਂ ਨੇ ਜਾਣਾ, ਤਾਂ ਉਸ ਸਮੇਂ ਉਹਨਾਂ ਨੂੰ ਗਾਉਂਦਿਆਂ ਵੇਖਣਾ, ਜਾਂ ਕਿਤੇ ਵੀ ਗਿੱਧਾ ਪੈਣਾ, ਤਾਂ ਬੜਾ ਵੀ ਸ਼ੁਰੂ ਤੋਂ ਹੀ ਇੱਕ ਤਾਂਘ ਜਿਹੀ ਹੁੰਦੀ ਸੀਗੀ ਹੈ ਨਾ, ਵੀ ਕੁਛ ਨਾ ਕੁਛ ਆਪ ਵੀ ਮਨ ਦੇ ਵਿੱਚ ਉਚਾਰਨਾ। ਸਭ ਤੋਂ ਪਹਿਲਾਂ ਮੈਂ 96-7 ਦੇ ਵਿੱਚ ਮਤਲਬ ਆਪਣੀਆਂ ਰਚਨਾਵਾਂ ਜਿਹੜੀਆਂ ਸੀਗੀਆਂ ਤੁਕਬੰਦੀ ਕਰਨੀ, ਜਿਵੇਂ ਆਪਾਂ ਕਹਿੰਦੇ ਹਾਂ ਕਿ ਛੋਟੇ ਹੁੰਦਿਆਂ ਹੀ 8ਵੀਂ 9ਵੀਂ 'ਚ ਪੜ੍ਹਦੇ ਹਾਂ, ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ। ਤਾਂ ਉਸ ਤੋਂ ਬਾਅਦ ਪਹਿਲਾਂ ਮੈਂ ਗੀਤ ਲਿਖਦੀ ਸੀਗੀ। ਗੀਤ ਤੋਂ ਬਾਅਦ ਹੌਲੀ ਹੌਲੀ ਮਤਲਬ ਗੀਤ ਰਚਨੇ, ਫਿਰ ਕਵਿਤਾਵਾਂ ਦੇ ਵੱਲ ਆ ਗਈ। 98-99 ਦੇ ਵਿੱਚ ਤਾਂ ਥੋੜ੍ਹਾ ਇਹ ਸੀਗਾ ਵੀ ਤੁਕਬੰਦੀ ਜੀ ਕਰਨੀ ਸੀਗੀ। ਤਾਂ ਉਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਰਚੀ ਗਏ। ਮਤਲਬ ਇੱਕ ਸਾਧਨਾ ਹੁੰਦੀ ਹੈ, ਅਭਿਆਸ, ਸਾਧਨਾ ਅਤੇ ਤਪੱਸਿਆ ਜਦੋਂ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਆਉਂਦੇ ਆ, ਜ਼ਰੂਰੀ ਹੈ। ਤਾਂ ਲਿਖਦੇ ਹਾਂ, ਫਿਰ ਤੁਹਾਨੂੰ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਮਿਲਦੀਆਂ ਨੇ ਜਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾਂਦੀਆਂ ਨੇ, ਤੁਹਾਨੂੰ ਹੱਲਾਸ਼ੇਰੀ ਦਿੰਦੀਆਂ ਨੇ, ਹਾਂ ਤੁਸੀਂ ਵਧੀਆ ਰਚ ਰਹੇ ਹੋ, ਵਧੀਆ ਲਿਖ ਰਹੇ ਹੋ। ਤਾਂ ਉਹਨਾਂ ਸ਼ਖਸੀਅਤਾਂ ਨਾਲ ਜਦੋਂ ਤੁਹਾਡਾ ਮੇਲ ਹੁੰਦਾ ਤਾਂ ਤੁਹਾਡੀ ਰਚਨਾ ਦੇ ਵਿੱਚ ਹੋਰ ਨਿਖਾਰ ਆਉਂਦਾ ਹੈਗਾ। ਤਾਂ ਲਿਖਣਾ ਮੈਂ ਸ਼ੁਰੂ ਕੀਤਾ ਸੀਗਾ 96-97 ਤੋਂ ਲਿਖਣਾ ਸ਼ੁਰੂ ਕਰਤਾ ਸੀਗਾ, ਅਤੇ ਅੱਜ ਤੱਕ ਉਹ ਰਚਨਾਵਾਂ ਮੇਰੀਆਂ ਜਾਂ ਮੇਰੀ ਗੀਤਕਾਰੀ ਹੈ ਉਹ ਅੱਜ ਵੀ ਜਾਰੀ ਹੈ। ਮੈਮ ਜਿਵੇਂ ਤੁਸੀਂ ਦੱਸਿਆ 8th 9th 8ਵੀਂ 9ਵੀਂ ਕਲਾਸ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰਤਾ ਸੀ। ਉਸ ਟਾਈਮ 'ਤੇ ਤੁਹਾਡਾ ਸਕੂਲ ਕਿਹੜਾ ਸੀ ਅਤੇ ਤੁਸੀਂ ਕਿੱਥੇ ਕਿਹੜੀ ਜਗ੍ਹਾ 'ਤੇ ਪੜ੍ਹਦੇ ਸੀ, ਜਾਂ ਕਿੱਥੋਂ ਤੁਹਾਡੀ ਐਜੂਕੇਸ਼ਨਲ ਬੈਕਗਰਾਊਂਡ ਹੈ ਉਹਦੇ ਬਾਰੇ ਵੀ ਸਾਨੂੰ ਦੱਸੋ। ਮੇਰਾ ਪਿੰਡ ਬਹਾਵਾਲਾ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ। ਤਾਂ ਪਿੰਡ ਦਾ ਹੀ ਸਕੂਲ ਸੀਗਾ। 8ਵੀਂ ਤੱਕ ਮੈਂ ਪਿੰਡ ਵਿੱਚ ਹੀ ਪੜ੍ਹੀ ਹਾਂ। ਤਾਂ ਪਿੰਡ ਦਾ ਪੰਜਾਬ ਪਬਲਿਕ ਹਾਈ ਸਕੂਲ ਸੀਗਾ, ਉੱਥੇ ਮੈਂ ਪੜ੍ਹਦੀ ਸੀਗੀ। ਤਾਂ 8ਵੀਂ ਤੋਂ ਹੀ ਮੈਂ ਮਤਲਬ ਇਹ ਰਚਨਾ ਸ਼ੁਰੂ ਕੀਤੀ ਆਪਣੀ। ਮੈਮ ਕੁੱਖ ਤੋਂ ਕਬਰ ਤੱਕ ਤੁਹਾਡੀ ਇੱਕ ਕਾਵਿ ਪੁਸਤਕ ਹੈ, ਔਰ ਮੇਰਾ ਖੁਦ ਦਾ ਇਹ ਮੰਨਣਾ ਕਿ ਕਵਿਤਾ ਸਾਡੇ ਦਿਲਾਂ ਅਤੇ ਜਜ਼ਬਾਤਾਂ ਦੀ ਸੁਚੱਜੀ ਅਤੇ ਸੂਖਮ ਤਰਜਮਾਨੀ ਕਰਨ ਦਾ ਇੱਕ ਕਾਰਗਰ ਜ਼ਰੀਆ ਹੈ। ਅਸੀਂ ਅਗਰ ਇਹਦੇ ਨਾਮ ਤੋਂ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਜ਼ਿੰਦਗੀ ਦੇ ਪਹਿਲੇ ਪੜਾਅ ਤੋਂ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਦੀ ਗੱਲ ਕੀਤੀ ਹੈ। ਇਹਨੂੰ ਲਿਖਣ ਬਾਰੇ ਕਿਵੇਂ ਵਿਚਾਰ ਆਇਆ ਅਤੇ ਇਹਨੂੰ ਲਿਖ ਕੇ ਕੀ ਮਹਿਸੂਸ ਕਰਦੇ ਹੋ ਉਹਦੇ ਬਾਰੇ ਵੀ ਦੱਸੋ। ਕੁੱਖ ਤੋਂ ਕਬਰ ਤੱਕ ਮੇਰਾ ਪਹਿਲਾ ਕਾਵਿ ਸੰਗ੍ਰਹਿ ਹੈ। ਤਾਂ ਇਸ ਕਾਵਿ ਸੰਗ੍ਰਹਿ ਦੇ ਵਿੱਚ ਜਿਹੜਾ 2015 ਦੇ ਵਿੱਚ ਛਪਿਆ ਸੀਗਾ, ਤਾਂ ਜ਼ਿਆਦਾਤਰ ਜਿਹੜੇ ਮੇਰੀਆਂ ਕਵਿਤਾਵਾਂ ਨੇ ਉਹ ਵਿਸ਼ੇ ਨੇ ਜਿਹੜੇ ਉਹ ਜ਼ਿਆਦਾਤਰ ਜਿਵੇਂ ਸਮਾਜਿਕ ਵਿਸ਼ੇ ਆ ਗਏ ਉਹਦੇ ਵਿੱਚ ਪਿਆਰ ਦੇ ਵਿਸ਼ੇ ਆ ਗਏ ਨੇ, ਔਰਤ ਦੇ ਨਾਲ ਸੰਬੰਧਿਤ ਵਿਸ਼ੇ ਨੇ, ਨਸ਼ਿਆਂ 'ਤੇ ਨੇ, ਬੇਰੁਜ਼ਗਾਰੀ 'ਤੇ ਨੇ, ਮਤਲਬ ਹਰ ਪੱਖ ਨੂੰ ਛੋਇਆ ਉਹਦੇ ਵਿੱਚ। ਕਿ ਸਮਾਜ ਨੂੰ ਇੱਕ ਚੰਗੇ ਰਾਹ ਵੱਲ ਤੋਰਨ ਵਾਲੀ ਤੁਹਾਡੀ ਰਚਨਾ ਹੁੰਦੀ ਹੈ। ਬਿਲਕੁਲ ਸਮਾਜ ਦੇ ਹਰ ਪੱਖ ਨੂੰ ਛੋਇਆ ਹੈਗਾ ਉਹਦੇ ਵਿੱਚ। ਤਾਂ ਕੁੱਖ ਤੋਂ ਕਬਰ ਤੱਕ ਮੇਰੀ ਇੱਕ ਕਵਿਤਾ ਹੈਗੀ ਕਿ ਕੁੱਖ ਤੋਂ ਕਬਰ ਤੱਕ ਮੈਂ ਹੀ ਦੋਸ਼ੀ ਰਹੀ। ਤਾਂ ਇਹ ਵੀ ਇੱਕ ਔਰਤ 'ਤੇ ਹੈ ਕਿ ਔਰਤ ਕੁੱਖ ਦੇ ਵਿੱਚ ਜਦੋਂ ਔਰਤ ਦੇ ਇੱਕ ਧੀ ਪਲ ਰਹੀ ਹੈਗੀ ਆ, ਤਾਂ ਉਦੋਂ ਵੀ ਇਹੀ ਸੋਚਿਆ ਜਾਂਦਾ ਵੀ ਕਿਤੇ ਪੱਥਰ ਨਾ ਆ ਜੇ। ਤਾਂ ਕਬਰ ਤੱਕ ਹੈਗਾ ਐਂਡ ਤੱਕ, ਮਤਲਬ ਜਿਹੜਾ ਔਰਤ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ। ਤਾਂ ਇਹ ਸਾਰੀ ਕਵਿਤਾ ਮੇਰੀ ਜਿਹੜੀ ਹੈਗੀ ਆ ਕੁੱਖ ਤੋਂ ਕਬਰ ਤੱਕ ਦੇ ਵਿੱਚ ਇੱਕ ਕਵਿਤਾ ਹੈਗੀ ਆ, ਕੁੱਖ ਤੋਂ ਕਬਰ ਤੱਕ ਮੈਂ ਹੀ ਦੋਸ਼ੀ ਰਹੀ। ਤਾਂ ਉਹਦੇ ਆਧਾਰ 'ਤੇ ਹੀ ਮੈਂ ਜਿਹੜਾ ਇਹ ਟਾਈਟਲ ਹੈਗਾ ਆਪਣੀ ਕਿਤਾਬ ਦਾ, ਕੁੱਖ ਤੋਂ ਕਬਰ ਤੱਕ, ਰੱਖਿਆ। ਉਹਨੂੰ ਲਿਖ ਕੇ ਤੁਹਾਡੇ ਜਿਹੜਾ ਤੁਹਾਨੂੰ ਇੱਕ ਪਰਸਨਲੀ ਇੱਕ ਫੀਲ ਜਿਹੜਾ ਹੁੰਦਾ ਬੰਦੇ ਨੂੰ, ਉਹ ਤੁਹਾਨੂੰ ਕੀ ਮਹਿਸੂਸ ਹੋਇਆ ਉਹਦੇ ਬਾਰੇ ਲਿਖ ਕੇ। ਦੇਖੋ, ਜਦੋਂ ਵੀ ਕੋਈ ਵੀ ਸਾਹਿਤਕਾਰ ਹੈਗਾ ਹੈ ਨਾ ਆਪਣੀ ਰਚਨਾ ਨੂੰ ਰਚਦਾ ਹੈਗਾ, ਤਾਂ ਜਦੋਂ ਉਹ ਕੰਪਲੀਟ ਨਹੀਂ ਕਰ ਲੈਂਦਾ, ਉਹਨੂੰ ਪੂਰਾ ਨਹੀਂ ਕਰ ਲੈਂਦਾ ਹੈਗਾ, ਤਾਂ ਉਦੋਂ ਤੱਕ ਉਹ ਮਤਲਬ ਕਹਿੰਦੇ ਇੱਕ ਅਚਵੀ ਜਿਹੀ ਲੱਗੀ ਰਹਿੰਦੀ ਹੈਗੀ ਆ ਵੀ ਉਹ ਮੈਂ ਮਤਲਬ ਮੇਰੀ ਰਚਨਾ ਜਿਹੜੀ ਅਧੂਰੀ ਪਈ ਹੈ। ਤਾਂ ਜਦੋਂ ਤੁਸੀਂ ਉਹਨੂੰ ਇੱਕ ਲੈਅ ਦੇ ਵਿੱਚ ਪੂਰਾ ਕਰ ਲੈਂਦੇ ਹੋ, ਤਾਂ ਤੁਹਾਨੂੰ ਆਪਣੇ ਆਪ ਵਿੱਚ ਵੀ ਅੰਦਰੋਂ ਵੀ ਸ਼ਕਤੀ ਮਿਲਦੀ ਹੈ ਹੋਰ ਰਚਨ ਦੀ। ਜਾਂ ਉਹ ਕਵਿਤਾ ਲਿਖ ਕੇ ਜਿਹੜੀ ਕੁੱਖ ਤੋਂ ਕਬਰ ਤੱਕ ਲਿਖੀ ਹੈਗੀ ਆ, ਤਾਂ ਮੈਨੂੰ ਖੁਦ ਨੂੰ ਵੀ ਉਹ ਸਕੂਨ ਮਿਲਿਆ ਹੈਗਾ
ਕੇ ਮਤਲਬ ਔਰਤ ਦੇ ਬਾਰੇ ਲਿਖ ਕੇ, ਜਾਂ ਔਰਤ ਦੇ ਨਾਲ ਕਈ ਵਾਰ ਇਹ ਹੁੰਦਾ ਹੈ ਕਿ ਕਹਿੰਦੇ ਹੱਡ ਬੀਤੀ ਤੇ ਜੱਗ ਬੀਤੀ। ਕਈ ਵਾਰ ਅਸੀਂ ਹੱਡ ਬੀਤੀ ਨੂੰ ਜਾਂ ਜੱਗ ਬੀਤੀ ਨੂੰ ਵੀ ਅਸੀਂ ਉਲੀਕਣ ਤੋਂ, ਜਿਹੜਾ ਸੱਚ ਹੈਗਾ ਉਹਨੂੰ ਬਿਆਨਣ ਤੋਂ ਅਸੀਂ ਗੁਰੇਜ਼ ਕਰਦੇ ਹਾਂ। ਪਰ ਮੈਂ ਉਸ ਕਿਤਾਬ ਦੇ ਵਿੱਚ ਜਿਹੜਾ ਹੈਗਾ ਹੱਡ ਬੀਤੀ ਐਂਡ ਜੱਗ ਬੀਤੀ, ਪੂਰਾ ਸੱਚ ਜਿਹੜਾ ਹੈਗਾ ਉਸ ਕਿਤਾਬ ਦੇ ਵਿੱਚ ਕਵਿਤਾਵਾਂ ਦੇ ਰੂਪ ਵਿੱਚ ਮੈਂ ਉਤਾਰਿਆ। ਜੀ ਮੈਮ, ਇੱਕ ਦੇਸ਼ ਦਾ ਮੌਜੂਦਾ ਵੱਡਾ ਮਾਮਲਾ ਜਿਹੜਾ ਪਿਛਲਾ ਅਸੀਂ ਜਾਣਦੇ ਹਾਂ, ਬਹੁਤ ਸੰਘਰਸ਼ ਹੋਇਆ, ਕਿਸਾਨ ਅੰਦੋਲਨ ਸਾਨੂੰ ਵੇਖਣ ਨੂੰ ਮਿਲਿਆ। ਤੁਸੀਂ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ 'ਤੇ ਬੋਲਦੇ ਰਹੇ ਹੋ, ਕਵਿਤਾਵਾਂ ਲਿਖਦੇ ਰਹੇ ਹੋ। ਇਹ ਇੱਕ ਰਾਜਨੀਤਿਕ ਮੁੱਦਾ ਸੀ। ਅਸੀਂ ਵੇਖਦੇ ਹਾਂ ਅਕਸਰ ਲੋਕ ਨੇ ਜਿਹੜੇ ਉਹ ਰਾਜਨੀਤਿਕ ਮੁੱਦਿਆਂ ਤੋਂ, ਸਮਾਜਿਕ ਮੁੱਦਿਆਂ ਤੋਂ ਬੋਲਣ ਤੋਂ ਗੁਰੇਜ਼ ਕਰਦੇ ਨੇ, ਹਿਚਕਦੇ ਨੇ, ਡਰਦੇ ਨੇ। ਇਹਦੇ 'ਚੋਂ ਮੇਰੇ ਦੋ ਸਵਾਲ ਨਿਕਲਦੇ ਆ। ਇੱਕ ਪਹਿਲਾ ਇਹ ਕਿ ਕੀ ਤੁਹਾਡੇ ਦਿਲ ਜਾਂ ਦਿਮਾਗ 'ਚ ਕੋਈ ਡਰ ਆਇਆ, ਔਰ ਦੂਸਰਾ ਇਹ ਕਿ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਰਾਜਨੀਤਿਕ ਮੁੱਦਿਆਂ 'ਤੇ, ਸਮਾਜਿਕ ਮੁੱਦਿਆਂ 'ਤੇ ਬੋਲਣਾ ਚਾਹੀਦਾ ਹੈ? ਦੇਖੋ ਦਿਲਪ੍ਰੀਤ, ਜਿਹੜੀ ਡਰ ਦੀ ਗੱਲ ਹੈਗੀ ਹੈ, ਮੈਨੂੰ ਲੱਗਦਾ ਮੈਂ ਸ਼ੁਰੂ ਤੋਂ ਹੀ ਨਹੀਂ ਡਰੀ ਕਦੇ, ਹੁਣ ਤੱਕ ਵੀ ਨਹੀਂ ਨਾ। ਬਚਪਨ ਤੋਂ ਲੈ ਕੇ ਮੈਨੂੰ ਲੱਗਦਾ ਡਰ ਨਾਮ ਦੀ ਚੀਜ਼ ਮੇਰੇ ਅੰਦਰ ਕਦੇ ਆਈ ਨਹੀਂ ਹੈਗੀ ਗੀ। ਤਾਂ ਜੇ ਆਪਾਂ ਇਹਨਾਂ ਮੁੱਦਿਆਂ 'ਤੇ ਕਹੀਏ ਤਾਂ ਜਦੋਂ 26 ਨਵੰਬਰ ਨੂੰ ਇਹ ਜਦੋਂ ਕਿਸਾਨ ਗਏ ਸੀਗੇ, ਤਾਂ ਪਹਿਲੀ ਵਾਰ ਹੀ ਜਦੋਂ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਪਾਈਆਂ ਗਈਆਂ ਸੀ, ਤਾਂ ਉਸ ਸਮੇਂ ਮੈਂ ਇਹਨਾਂ ਨੂੰ ਦੋਹੇ ਗਾ ਕੇ ਹੱਲਾਸ਼ੇਰੀ ਦਿੱਤੀ ਸੀਗੀ। ਤਾਂ ਉਹ ਸਭ ਤੋਂ ਪਹਿਲਾਂ ਮੈਂ ਦੋਹੇ ਤੇ ਘੋੜੀਆਂ ਗਾਈਆਂ ਸੀਗੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਸੀਗੀਆਂ। ਉਹ ਗਾ ਕੇ ਉਹਨਾਂ ਨੂੰ ਮਤਲਬ ਕਾਫੀ ਚੈਨਲਸ 'ਤੇ ਵੀ ਵਾਇਰਲ ਹੋਈਆਂ ਸੀਗੀਆਂ ਉਹ, ਕਿ ਮੇਰੇ ਵੱਲੋਂ ਘੋੜੀਆਂ ਤੇ ਦੋਹੇ ਗਾ ਕੇ ਕਿਸਾਨਾਂ ਨੂੰ ਤੋਰਿਆ ਗਿਆ। ਤਾਂ ਉਸ ਤੋਂ ਬਾਅਦ ਵੀ ਮੈਂ ਜਿਵੇਂ ਡਿਊਟ ਸੌਂਗ ਆਪਣੇ ਹਸਬੈਂਡ ਦੇ ਨਾਲ ਗਾਇਆ, ਉਸ ਤੋਂ ਬਾਅਦ ਜਿਵੇਂ ਗੀਤ ਵੀ ਗਾਏ ਨੇ, ਦੋਹੇ ਵੀ ਗਾਏ ਨੇ। ਮੇਰਾ ਸਿਲਸਿਲਾ 1 ਸਾਲ ਲਗਾਤਾਰ ਚੱਲਦਾ ਰਿਹਾ। ਫਿਰ ਆਪਣੀ ਬੇਟੀ ਦੇ ਨਾਲ ਵੀ ਮੈਂ ਇੱਕ ਕਵਿਤਾ ਸੀਗੀ, ਉਹ ਵੀ ਚੈਨਲਸ 'ਤੇ, TV ਚੈਨਲਸ 'ਤੇ, ਨਿਊਜ਼ 18 'ਤੇ ਵੀ ਕਾਫੀ ਵਾਇਰਲ ਹੋਈ ਸੀਗੀ। ਤਾਂ ਜਦੋਂ ਫਿਰ 19 ਨਵੰਬਰ ਨੂੰ ਇਹ ਮਤਲਬ ਕਿਸਾਨਾਂ ਦਾ ਜਿੱਤ ਦਾ ਐਲਾਨ ਹੁੰਦਾ ਹੈਗਾ, ਤਾਂ ਉਦੋਂ ਵੀ ਮੈਂ ਮਤਲਬ ਉਹਨਾਂ ਨੂੰ ਵਧਾਈ ਦੇ ਰੂਪ ਵਿੱਚ ਦੋਹੇ ਤੇ ਘੋੜੀਆਂ ਗਾਈਆਂ ਸੀਗੀਆਂ, ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਜਸ਼ਨ ਦੇ ਵਿੱਚ। ਉਦੋਂ ਵੀ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਘੋੜੀਆਂ ਦੇ ਰੂਪ ਵਿੱਚ, ਦੋਹੇ ਦੇ ਰੂਪ ਵਿੱਚ ਵਧਾਈ ਦਿੱਤੀ ਸੀਗੀ। ਇੱਕ ਵੰਨਗੀ ਪੇਸ਼ ਕੀਤੀ ਸੀ, ਲੋਕ ਕਾਵਿ ਵੰਨਗੀ, ਜਿਹਦੇ ਵਿੱਚ ਕਿ ਮੈਂ ਕਿਸਾਨਾਂ ਨੂੰ ਵਧਾਈ ਦਿੱਤੀ ਸੀ। ਅਤੇ 1 ਸਾਲ ਮੇਰਾ ਮਤਲਬ ਨਿਡਰ ਹੋ ਕੇ ਹੀ ਮੈਂ ਲਿਖਿਆ ਹੈਗਾ, 1 ਸਾਲ ਤੱਕ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਲੋਕ ਜਿਹੜੇ ਗੁਰੇਜ਼ ਕਰਦੇ ਨੇ ਲਿਖਣ ਤੋਂ, ਮਤਲਬ ਕਿਤੇ ਵੀ ਦੇਖ ਲਓ, ਹਰ ਸੰਸਥਾਵਾਂ ਦੇ ਵਿੱਚ ਕੁਛ ਚੰਗੇ ਪੱਖ ਦੇ ਵੀ ਹੁੰਦੇ ਨੇ, ਕੁਛ ਮਾੜੇ ਪੱਖ ਦੇ ਵੀ ਨਹੀਂ। ਤਾਂ ਮੈਂ ਇਹ ਨਿਡਰ ਹੋ ਕੇ ਕਹਿੰਦੀ ਹਾਂ ਕਿ ਕੁਛ ਸਾਡੇ ਵਿੱਚੋਂ ਹੀ ਕੁਛ ਇਹੋ ਜਿਹੇ ਲੋਕ ਬੈਠੇ ਨੇ ਕਿ ਜਿਹੜੇ ਮਤਲਬ ਇਤਿਹਾਸ ਨੂੰ ਤੋੜ ਮਰੋੜ ਰਹੇ ਨੇ। ਉਹ ਕਾਹਦੇ ਲਈ ਮਰੋੜ ਰਹੇ ਨੇ ਉਹ ਸਾਨੂੰ ਵੀ ਪਤਾ, ਆਪਣੀ ਵਾਹ ਦੇ ਲਈ। ਇਤਿਹਾਸ ਜਿਹੜਾ ਹੈਗਾ ਸਾਡਾ, ਉਹਨੂੰ ਮਤਲਬ ਜਿਵੇਂ ਕੋਈ ਕਹਿੰਦਾ ਹੈਗਾ, ਜਿਵੇਂ ਤੁਹਾਨੂੰ ਸਰਕਾਰਾਂ ਕਹਿਣਗੀਆਂ ਉਵੇਂ ਲਿਖ ਰਹੇ ਨੇ। ਉਹ ਪੈਸੇ ਲੈ ਕੇ ਲਿਖ ਰਹੇ ਨੇ, ਜਿਹਦੇ ਵਿੱਚ ਕਿ ਸਾਡੇ ਵਰਗੇ ਵਿਦਵਾਨ ਵੀ ਹੋ ਸਕਦੇ ਨੇ, ਹੈ ਨਾ। ਇਹੀ ਹੈ ਮਤਲਬ ਉਹਨਾਂ ਦੀ ਗੱਲ ਨੂੰ ਜਿਹੜਾ ਹੈਗਾ ਲੋਕ ਛੇਤੀ ਸਵੀਕਾਰ ਕਰਦੇ ਨੇ। ਤਾਂ ਉਹਨੂੰ ਮਤਲਬ ਲਿਖ ਰਹੇ ਨੇ ਕਿਉਂਕਿ ਉਹਨਾਂ ਨੇ ਪੈਸੇ ਲਏ ਨੇ, ਉਹਨਾਂ ਨੇ ਆਪਣੀ ਵਾਹ ਖੱਟਣੀ ਆ, ਉਹਨਾਂ ਨੇ ਅਹੁਦੇ ਲੈਣੇ ਹੈਗੇ ਨੇ। ਤਾਂ ਉਹਨਾਂ ਨੂੰ ਮਤਲਬ ਉਹਨਾਂ ਨੇ ਲਿਖਣਾ ਹੀ ਹੈ। ਉਹਨਾਂ ਨੂੰ ਕੋਈ ਸਾਡੇ ਨਾਲ ਲੋਕਾਂ ਦੇ ਨਾਲ ਨਹੀਂ ਹੈਗਾ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈਗਾ ਜਾਂ ਅਸੀਂ ਸੱਚ ਨੂੰ ਅੱਗੇ ਲੈ ਕੇ ਆਉਣਾ ਹੈ। ਮੇਰੇ ਹਿਸਾਬ ਨਾਲ ਇਹ ਪੜ੍ਹੇ ਲਿਖੇ ਲੋਕ ਜ਼ਿਆਦਾ ਕਰ ਰਹੇ ਨੇ, ਕਿਉਂਕਿ ਅਨਪੜ੍ਹਾਂ ਨਾਲੋਂ ਪੜ੍ਹੇ ਲਿਖਿਆਂ ਦੀ ਜਿਹੜੀ ਗੱਲ ਦੀ ਵੈਲਿਊ ਉਹ ਜ਼ਿਆਦਾ ਲੋਕ ਇੱਥੇ ਕਰਦੇ ਨੇ। ਕਿਤਾਬਾਂ ਉਹਨਾਂ ਨੇ ਲਿਖਣੀਆਂ ਹੈਗੀਆਂ, ਇਤਿਹਾਸ ਉਹਨਾਂ ਨੇ ਲਿਖਣਾ ਹੈਗਾ। ਤਾਂ ਜੋ ਲਿਖਣਗੇ, ਜੋ ਉਹ ਸ਼ੀਸ਼ਾ ਲੋਕਾਂ ਦੇ ਸਾਹਮਣੇ ਦਿਖਾਉਣਗੇ, ਤਾਂ ਉਹੀ ਕਹਿੰਦੇ ਆ ਵੀ ਜਿਹੜਾ ਸਾਹਿਤ ਹੈਗਾ ਸਮਾਜ ਦਾ ਸ਼ੀਸ਼ਾ ਹੈਗਾ। ਤਾਂ ਜੋ ਅਸੀਂ ਸਾਹਿਤ ਰਚਾਂਗੇ, ਸਾਡੀਆਂ ਪੀੜ੍ਹੀਆਂ ਤਾਂ ਉਹੀ ਦੇਖਣਗੀਆਂ ਨਾ, ਜੋ ਲਿਖਿਆ ਹੋਏਗਾ ਉਹਨੂੰ ਹੀ ਪੜ੍ਹਨਗੀਆਂ, ਉਹਨੂੰ ਹੀ ਦੇਖਣਗੀਆਂ। ਜੇ ਆਪਾਂ ਤੁਹਾਡੇ ਇਸ ਕਦਮ ਬਾਰੇ ਆਪਣਾ ਜਿਹੜਾ ਕਿਸਾਨ ਅੰਦੋਲਨ 'ਤੇ ਕਵਿਤਾਵਾਂ ਲਿਖਣ ਬਾਰੇ ਗੱਲ ਕਰੀਏ, ਤਾਂ ਇੱਦਾਂ ਲੱਗਦਾ ਕਿ ਤੁਸੀਂ ਇੱਥੇ ਬਹਿ ਕੇ ਕਿਸਾਨਾਂ ਦਾ ਓਨਾ ਹੀ ਸਾਥ ਦੇ ਰਹੇ ਸੀ ਜਿੰਨਾ ਉੱਥੇ ਸਿੰਘੂ ਬਾਰਡਰ 'ਤੇ ਜਾਂ ਗਾਜ਼ੀਪੁਰ ਬਾਰਡਰ 'ਤੇ ਜਿੰਨੇ ਕਿਸਾਨ ਫਰੰਟ 'ਤੇ ਖੜ੍ਹੇ ਹੋਏ ਸੀ, ਤੁਹਾਡਾ ਵੀ ਯੋਗਦਾਨ ਓਨਾ ਹੀ ਸੀ। ਅਤੇ ਮੇਰਾ ਅਗਲਾ ਸਵਾਲ ਮੈਮ ਇਹਨੂੰ ਇਸੇ ਚੀਜ਼ ਦੇ ਇੱਕ ਵਿਸ਼ੇ ਨੂੰ ਲੈ ਕੇ ਹੈ ਕਿ ਔਰਤਾਂ ਨੂੰ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜਾਂ ਤਾਂ ਘਰੋਂ ਰੋਕ ਟੋਕ ਹੋ ਜਾਂਦੀ ਹੈ, ਔਰ ਅਗਰ ਉਹ ਵੋਕਲ ਨੇ, ਉਹ ਬੋਲਦੇ ਨੇ, ਉਹ ਕਿਸੇ ਖਾਸ ਇੱਕ ਮੁੱਦੇ ਨੂੰ ਲੈ ਕੇ ਬੋਲਦੇ ਨੇ, ਤਾਂ ਘਰਦਿਆਂ ਵੱਲੋਂ ਸਭ ਤੋਂ ਪਹਿਲਾਂ, ਬਾਹਰਦਿਆਂ ਨਾਲੋਂ ਜ਼ਿਆਦਾ ਘਰਦਿਆਂ ਵੱਲੋਂ ਕਿਹਾ ਜਾਂਦਾ ਕਿ ਤੈਨੂੰ ਕੀ ਲੋੜ ਹੈ, ਜਾਂ ਮਤਲਬ ਉਹਨਾਂ ਨੂੰ ਰੋਕ ਟੋਕ ਕਰਦੇ ਨੇ। ਔਰ ਉਹ ਵੀ ਜ਼ਿਆਦਾਤਰ ਹਿਚਕ ਜਾਂਦੀਆਂ ਔਰਤਾਂ 'ਚ ਬਹੁਤ ਆਪਾਂ ਵੇਖਦੇ ਹਾਂ ਕਿ ਕਾਬਿਲਤੀ ਭਰੀ ਹੋਈ ਹੈ, ਪਰ ਉਹ ਸਾਹਮਣੇ ਨਹੀਂ ਆਉਂਦੀਆਂ। ਕੀ ਤੁਹਾਨੂੰ ਕਿਸੇ ਨੇ ਰੋਕਿਆ ਜਾਂ ਸਾਥ ਦਿੱਤਾ? ਇਹਨਾਂ ਦੋਵਾਂ ਗੱਲਾਂ ਦਾ ਸਾਨੂੰ ਜਵਾਬ ਦਿਓ। ਅਤੇ
ਸਾਥ ਦਿੱਤਾ ਤੇ ਸਭ ਤੋਂ ਜ਼ਿਆਦਾ ਕਿਹਨੇ ਸਾਥ ਦਿੱਤਾ ਤੁਹਾਡਾ, ਤੁਹਾਡੇ ਘਰ ਚੋਂ? ਅਗਰ ਜੇ ਰੋਕਿਆ ਤੇ ਸਭ ਤੋਂ ਜ਼ਿਆਦਾ ਕਿਹਨੇ ਰੋਕਿਆ, ਇਹ ਵੀ ਦੱਸੋ। ਦੇਖੋ ਦਿਲਪ੍ਰੀਤ, ਕਿ ਔਰਤ ਬਾਰੇ ਕਹਿੰਦੇ ਆ ਕਿ ਔਰਤ ਜੇ ਘਰ ਦੇ ਵਿੱਚ ਹੈ ਤਾਂ ਚੂਹੇ ਟੁੱਕਦੇ ਨੇ, ਬਾਹਰ ਹੈ ਤਾਂ ਕਾਂ ਠੁੰਗਾ ਮਾਰਦੇ ਨੇ, ਹਨਾ। ਤਾਂ ਔਰਤ ਦੇ ਬਾਰੇ ਘਰ ਤੇ ਬਾਹਰ ਵੀ ਬੰਦਿਸ਼ਾਂ ਉਹਦੇ ਲਈ ਹਰ ਥਾਂ ਤੇ ਨੇ, ਚਾਹੇ ਉਹ ਸਮਾਜ ਦੇ ਵਿੱਚ ਕਿਸੇ ਵੀ ਕੋਨੇ ਤੇ ਬੈਠੀ ਆ, ਪੈਰ ਪੈਰ ਤੇ ਔਰਤ ਜਿਹੜੀ ਹੈ ਜੰਜੀਰਾਂ ਦੇ ਵਿੱਚ ਜਕੜੀ ਹੋਈ ਹੈ। ਪਰ ਜਿਹੜਾ ਮੇਰੇ ਘਰ ਦਾ ਮਾਹੌਲ ਸੀ ਉਹ ਬਿਲਕੁਲ ਵੱਖਰਾ ਸੀ, ਕਿ ਮੈਨੂੰ ਅੱਜ ਤੱਕ ਬੰਦਿਸ਼ ਪਤਾ ਹੀ ਨਹੀਂ ਸੀ ਕਿ ਬੰਦਿਸ਼ ਹੁੰਦੀ ਕੀ ਹੈ। ਤਾਂ ਘਰ ਦਾ ਮੇਰੇ ਮਾਪਿਆਂ ਦਾ ਮਾਹੌਲ ਜਿਹੜਾ ਸੀ ਉਹ ਵੀ ਬਹੁਤ ਖੁੱਲ੍ਹਾ ਡੁੱਲਾ ਸੀਗਾ। ਕਦੀ ਸਾਡੇ ਘਰ ਦੇ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਸੀ ਵੀ ਇਹ ਕੁੜੀ ਹੈ ਤੇ ਮੁੰਡਾ, ਠੀਕ ਹੈ। ਤਾਂ ਸ਼ਾਇਦ ਮੁੰਡਿਆਂ ਤੋਂ ਵੱਧ ਕੁੜੀਆਂ ਨੂੰ ਰੱਖਿਆ ਜਾਂਦਾ ਸੀਗਾ। ਮੁੰਡਿਆਂ 'ਤੇ ਰੋਕ ਟੋਕ ਹੋ ਸਕਦੀ ਹੈ ਪਰ ਕੁੜੀਆਂ 'ਤੇ ਕੋਈ ਰੋਕ ਟੋਕ ਨਹੀਂ ਸੀਗੀ। ਸਾਡੇ ਮਤਲਬ ਲਿਖਣ ਦੇ ਵਿੱਚ ਵੀ ਹੱਲਾਸ਼ੇਰੀ ਦਿੱਤੀ ਹੈ, ਸਾਰੇ ਪਰਿਵਾਰ ਨੇ ਹੀ ਦਿੱਤੀ ਹੈਗੀ ਹੈ। ਇੱਕ ਸਾਡੀ ਜੁਆਇੰਟ ਫੈਮਿਲੀ ਸੀਗੀ, ਤਾਂ ਕਦੀ ਚਾਚੇ ਤਾਇਆਂ ਨੇ, ਕਦੀ ਵੀ ਕਿਸੇ ਨੇ ਵੀ, ਐਵੇਂ ਕਿ ਭਰਾਵਾਂ ਨੇ, ਭੈਣਾਂ ਨੇ, ਸਾਰੇ ਵੀ ਮਤਲਬ 10 ਸੀ ਕਿ ਅਸੀਂ ਭੈਣ ਭਰਾ ਇਕੱਠੇ ਜੁਆਇੰਟ ਫੈਮਿਲੀ ਦੇ ਵਿੱਚੋਂ। ਤਾਂ ਕਦੀ ਇਹ ਰੋਕ ਤਾਂ ਮੈਂ ਅੱਜ ਤੱਕ ਮੈਨੂੰ ਪਤਾ ਹੀ ਨਹੀਂ ਕਿ ਰੋਕ ਹੁੰਦੀ ਕੀ ਹੈ। ਤਾਂ ਮੇਰੇ ਡੈਡੀ ਨੇ ਵੀ, ਮੇਰੇ ਭਰਾ ਨੇ ਵੀ, ਮੇਰੀਆਂ ਭੈਣ ਵੀ, ਸਾਰੇ ਹੀ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਹੈਗਾ, ਵੀ ਕੋਈ ਬੰਦਿਸ਼ ਨਹੀਂ ਸੀਗੀ ਸਾਡੇ 'ਤੇ, ਬਹੁਤ ਸਾਥ ਮਿਲਿਆ। ਰੋਕ ਬਾਰੇ ਮੈਮ ਚਲੋ ਤੁਸੀਂ ਸਪਸ਼ਟ ਕਰ ਦਿੱਤਾ ਕਿ ਕੋਈ ਨਹੀਂ ਸੀ ਰੋਕਦਾ ਤੁਹਾਨੂੰ। ਹੁਣ ਇਹ ਵੀ ਦੱਸ ਦਿਓ ਕਿ ਸਭ ਤੋਂ ਜ਼ਿਆਦਾ ਸਪੋਰਟ ਕੌਣ ਕਰਦਾ ਸੀ ਔਰ ਸਭ ਤੋਂ ਜ਼ਿਆਦਾ ਇਸ ਕੰਮ 'ਚ ਰਾਜ਼ੀ ਕੌਣ ਆ ਤੁਹਾਡੇ ਘਰ 'ਚੋਂ? ਸਾਰੇ ਹੀ ਸਪੋਰਟ ਕਰਦੇ ਸੀਗੇ ਸਭ ਤੋਂ ਜ਼ਿਆਦਾ। ਬਾਕੀ ਕਹਿੰਦੇ ਆ ਕਿ ਮਾਂ ਦੀ ਧੀ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ ਆ, ਬਾਕੀ ਮੇਰੇ ਮੰਮਾ ਦੀ ਮੈਨੂੰ ਸਪੋਰਟ ਬਹੁਤ ਰਹੀ ਹੈ, ਭੈਣ ਦੀ, ਭਰਾ ਦੀ। ਤਾਂ ਸਭ ਤੋਂ ਵੱਧ ਮੇਰੇ ਜਿਹੜੇ ਮਾਤਾ ਦਾ ਜਿਹੜਾ ਸਹਿਯੋਗ ਆ ਮੈਨੂੰ ਬਹੁਤ ਰਿਹਾ ਹੈਗਾ ਇਸ ਫੀਲਡ ਦੇ ਵਿੱਚ। ਮੈਮ ਜੇ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬੀ ਲੋਕ ਇੱਕ ਦੂਜੇ ਨਾਲ ਗੱਲਬਾਤ ਕਰਦੇ ਸੀ, ਵਿਚਰਦੇ ਸੀ, ਤਾਂ ਉਹ ਪੰਜਾਬੀ ਬੋਲਦੇ ਸੀ। ਅੱਜ ਕੱਲ੍ਹ ਜਿਹੜੇ ਸਾਡੇ ਆਧੁਨਿਕ ਖੇਤਰ ਨੇ, ਅਰਬਨ ਏਰੀਆਜ਼ ਨੇ, ਉਹਨਾਂ 'ਚ ਮਾਂ ਪਿਓ ਵੀ ਆਪਦੇ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ, ਉਹ ਵੀ ਕਿਸੇ ਹੋਰ ਭਾਸ਼ਾਵਾਂ ਵੱਲ ਜਾ ਰਹੇ ਆ। ਅਤੇ ਕੀ ਤੁਸੀਂ ਇਹਦੇ 'ਤੇ ਸੋਚਦੇ ਹੋ ਜਾਂ ਇਹਦਾ ਹੱਲ ਕੀ ਹੈ? ਦੇਖੋ, ਕਹਿੰਦੇ ਆ ਕਿ ਮਾਂ ਬੋਲੀ ਦੇ ਵਿੱਚ ਜੋ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਦੇ ਹਾਂ ਉਹ ਕਿਸੇ ਹੋਰ ਬੋਲੀ 'ਚ ਨਹੀਂ ਕਹਿ ਸਕਦੇ। ਤਾਂ ਮਾਂ ਦੇ ਦੁੱਧ ਨਾਲ ਹੀ ਬੱਚਾ ਹੁੰਗਾਰੇ ਭਰਨੇ ਸ਼ੁਰੂ ਕਰ ਦਿੰਦਾ ਹੈ। ਤਾਂ ਜੇ ਅਸੀਂ ਘਰ 'ਚੋਂ ਜੋ ਸਿੱਖਦੇ ਹਾਂ ਨਾ, ਅਸੀਂ ਉਹ ਬਾਹਰ ਉਹੀ ਕਰਦੇ ਹਾਂ। ਆਪਾਂ ਕਹਿ ਰਹੇ ਹਾਂ ਚਲੋ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ 'ਤੇ ਬੈਨ ਆ, ਪੰਜਾਬੀ ਬੋਲਣ 'ਤੇ ਸਜ਼ਾਵਾਂ ਦਿੱਤੀਆਂ ਨੇ, ਉਹ ਵੀ ਹੁਣ ਜਿਹੜੀਆਂ ਸੰਸਥਾਵਾਂ ਨੇ ਕਾਫੀ ਕੁਛ ਕਰ ਰਹੀਆਂ ਨੇ, ਮਤਲਬ ਸਕੂਲਾਂ 'ਚ ਦੇ ਲਈ ਵੀ, ਮਤਲਬ ਜਿਹੜੇ ਪੰਜਾਬੀ ਕੰਪਲਸਰੀ ਕੀਤੀ ਜਾ ਰਹੀ, ਲਾਜ਼ਮੀ ਕੀਤੀ ਜਾ ਰਹੀ ਹੈ। ਅਤੇ ਪੰਜਾਬੀ ਦੇ ਲਈ ਵੀ ਕਾਫੀ ਮੁੱਦੇ ਉਠਾਏ ਨੇ ਅਤੇ ਹੋ ਵੀ ਰਿਹਾ ਹੈਗਾ ਉਹ। ਪਰ ਸਭ ਤੋਂ ਵੱਡੇ ਦੋਸ਼ੀ ਅਸੀਂ ਖੁਦ ਹਾਂ। ਮੈਂ ਤਾਂ ਮੰਨਦੀ ਹਾਂ ਕਿ ਮਾਂ ਨੇ ਘਰੇ ਰਹਿਣਾ ਹੁੰਦਾ, ਮਾਂ ਹੀ ਬੱਚੇ ਨੂੰ ਸਿਖਾਉਂਦੀ ਆ। ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਆਪ ਹੀ ਆਪਣੇ ਬੱਚਿਆਂ ਦੇ ਨਾਲ ਕਹਾਂਗੇ ਕਿਆ ਕਰ ਰਹੇ ਥੇ ਨਾ, ਅਸੀਂ ਆਪਣੇ ਸ਼ੁਰੂ ਤੋਂ ਹੀ ਮਾਵਾਂ ਹੀ ਬੋਲਣਾ ਇੱਦਾਂ ਸ਼ੁਰੂ ਕਰ ਦਿੰਦੀਆਂ ਬੱਚਿਆਂ ਨਾਲ। ਉਹਨਾਂ ਨੂੰ ਇਹ ਵੀ ਸ਼ਾਇਦ ਮੇਰਾ ਬੱਚਾ ਸਕੂਲ ਦੇ ਵਿੱਚ ਹਿੰਦੀ ਬੋਲਦਾ ਹੈਗਾ, ਤਾਂ ਸ਼ਾਇਦ ਮੈਂ ਵੀ, ਇਹ ਬੱਚਾ ਮੇਰਾ ਹਿੰਦੀ 'ਚ ਹੀ ਪੈ ਗਿਆ, ਹੁਣ ਮੈਂ ਵੀ ਉਹੀ ਲੈਂਗੁਏਜ ਦੇ ਨਾਲ ਬੋਲਾਂ। ਕੋਈ ਵੀ ਲੈਂਗੁਏਜ ਮੈਂ ਹਿੰਦੀ ਜਾਂ ਇੰਗਲਿਸ਼ ਬੋਲਣ ਵਾਲੇ ਨੂੰ ਇੱਕ ਪੜ੍ਹਿਆ ਲਿਖਿਆ ਜ਼ਿਆਦਾ ਸਮਝਣ ਲੱਗ ਪਏ ਆਪਣੇ ਸਮਾਜ ਦੇ ਲੋਕ। ਬਿਲਕੁਲ ਵੇਖੋ, ਭਾਸ਼ਾ ਸਾਰੀ ਸਿੱਖਣੀ ਚਾਹੀਦੀ ਹੈ ਨਾ। ਭਾਸ਼ਾ ਕੋਈ ਵੀ ਨਹੀਂ ਹੈਗੀ, ਕੋਈ ਉੱਚੀ ਨਹੀਂ, ਕੋਈ ਨੀਵੀਂ ਨਹੀਂ, ਭਾਸ਼ਾ ਸਾਰੀਆਂ ਬਰਾਬਰ ਨੇ। ਪਰ ਮੈਂ ਮਾਂ ਬੋਲੀ ਦੀ ਗੱਲ ਕਰ ਰਹੀ ਹਾਂ, ਚਾਹੇ ਤੁਹਾਡੀ ਹਿੰਦੀ ਹੈ ਮਾਂ ਬੋਲੀ, ਚਾਹੇ ਤੁਹਾਡੀ ਪੰਜਾਬੀ ਮਾਂ ਬੋਲੀ ਹੈਗੀ ਆ। ਤਾਂ ਸਾਨੂੰ ਘਰ ਦੇ ਵਿੱਚ ਇੱਕ ਮਾਂ ਤੋਂ, ਘਰ ਦੇ ਮੈਂਬਰਾਂ ਹੀ ਜਿਹੜੇ ਸਾਡੇ ਨੇ, ਸਾਨੂੰ ਉਹ ਆਪਣੀ ਮਾਂ ਬੋਲੀ ਨਾਲੋਂ ਤੋੜ ਰਹੇ ਨੇ। ਤਾਂ ਇਹਦੇ ਵਿੱਚ ਮੈਂ ਸਭ ਤੋਂ ਵੱਡਾ ਜ਼ਿੰਮੇਵਾਰ ਜਿਹੜਾ ਹੈਗਾ ਤੁਹਾਡੇ ਪਰਿਵਾਰ ਨੂੰ, ਤੁਹਾਡੇ ਮਾਂ ਪਿਓ ਨੂੰ ਮੰਨਦੀ ਹਾਂ ਕਿ ਜਿਹੜੇ ਠੀਕ ਹੈ ਸਕੂਲ 'ਚ ਬੋਲ ਰਹੇ ਨੇ, ਤੁਸੀਂ ਘਰ ਦੇ ਵਿੱਚ ਵੀ ਆਪਣੇ ਬੱਚੇ ਦੇ ਨਾਲ ਦੂਸਰੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹੋ, ਉਹਦੀ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਨਹੀਂ ਕਰਦੇਗੇ। ਤਾਂ ਸਭ ਤੋਂ ਵੱਧ ਜ਼ਿੰਮੇਵਾਰ ਤਾਂ ਇਹਦੇ ਅਸੀਂ ਖੁਦ ਹੈਗੇ ਹਾਂ ਆਪਣੇ ਬੱਚਿਆਂ ਦੇ ਪ੍ਰਤੀ। ਮੈਮ ਹੁਣ ਜਿਹੜਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਅੱਜ ਦੇ ਲਈ ਇੰਨਾ ਹੀ ਕਾਫੀ ਹੈ। ਬਟ ਮੈਂ ਇਹ ਚਾਹਾਂਗਾ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਅਗਰ ਕੋਈ ਆਪਦੀ ਕਿਸੇ ਰਚਨਾ ਦੀ ਕੋਈ ਦੋ ਲੈਣਾ ਅਗਰ ਤੁਸੀਂ ਬੋਲ ਦਿਓ। ਮੇਰੀ ਸੀਗੀ ਜਿਹੜੀ ਕਿਸਾਨੀ ਸੰਘਰਸ਼ ਨਾਲ ਹੀ ਮੈਂ ਬੋਲ ਸੁਣਾ ਦਿੰਦੀ ਹੈਗੀ। ਸਭ ਤੋਂ ਪਹਿਲਾਂ ਵਾਇਰਲ ਹੋਈ ਮੇਰੀ ਕਵਿਤਾ ਉਹ ਸੀਗੀ, ਨੀ ਸਰਕਾਰੇ ਸਾਡਾ ਅੰਨ ਖਾ ਤੂੰ ਸਾਨੂੰ ਹੀ ਮਾਰੇ, ਨੀ ਸਰਕਾਰੇ ਸਾਡਾ ਅੰਨ ਖਾ ਤੂੰ ਸਾਨੂੰ ਹੀ ਮਾਰੇ, ਨਿਤਰਿਆ ਕਿਸਾਨ ਮੈਦਾਨ ਵਿੱਚ ਹੁਣ ਤੈਨੂੰ ਲਲਕਾਰੇ, ਨਿਤਰਿਆ ਕਿਸਾਨ ਹੈ ਮੈਦਾਨ ਵਿੱਚ ਹੁਣ ਤੈਨੂੰ ਲਲਕਾਰੇ, ਹੱਕ ਅਸਾਂ ਖੋਹ ਲੈਣੇ ਹੋ ਕਿਸਾਨ ਮਜ਼ਦੂਰ ਇਕੱਠੇ ਸਾਰੇ, ਭੁਸਰਿਆ ਸਾਨ ਕਦੇ ਕਾਬੂ ਨਹੀਂ ਆਉਂਦਾ, ਭੁਸਰਿਆ ਸਾਨ ਕਦੇ ਕਾਬੂ ਨਹੀਂ ਆਉਂਦਾ, ਤੈਨੂੰ ਦੱਸ ਦਿਆਂ ਬਦਕਾਰੇ, ਨੀ ਜ਼ਾਲਮ ਸਰਕਾਰੇ, ਨੀ ਜ਼ਾਲਮ ਸਰਕਾਰੇ।
ਬਹੁਤ ਚੰਗਾ ਲੱਗਾ ਗੱਲਬਾਤ ਕਰਕੇ। ਪੰਜਾਬੀ ਮਾਂ ਬੋਲੀ ਸਾਡਾ ਮਾਣ ਹੈ ਅਤੇ ਜੱਗ 'ਤੇ ਪਹਿਚਾਣ ਵੀ ਸਾਡੀ ਇਹੀ ਹੈ। ਮੈਂ ਉਮੀਦ ਕਰਦਾ ਕਿ ਪੰਜਾਬੀ ਇਸੇ ਤਰ੍ਹਾਂ ਵੱਧਦੀ ਫੁੱਲਦੀ ਰਹੇ ਅਤੇ ਬਾਜ਼ ਵਾਂਗ ਅਰਸ਼ਾਂ ਵਿੱਚ ਉੱਡਦੀ ਰਹੇ। ਇਹ ਸਨ ਡਾਕਟਰ ਹਰਪ੍ਰੀਤ ਕੌਰ ਔਲਖ, ਜਿਹੜੇ ਕਿ ਬੜੇ ਸਤਿਕਾਰਯੋਗ ਨੇ ਅਤੇ ਆਪਦੇ ਇਸ ਕੰਮ ਲਈ ਵਧਾਈ ਦੇ ਪਾਤਰ ਵੀ ਨੇ। ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਸਤਿਕਾਰਯੋਗ ਸ਼ਖਸੀਅਤਾਂ ਨਾਲ ਰੂਬਰੂ ਕਰਾਉਂਦੇ ਰਹਾਂਗੇ। ਅੱਜ ਦੇ ਲਈ ਦਿਓ ਇਜਾਜ਼ਤ। ਸਾਡੀ ਇਹ ਵੀਡੀਓ ਰਿਕਾਰਡ ਕਰ ਰਹੇ ਨੇ ਦਵਿੰਦਰ, ਮੈਂ ਹਾਂ ਦਿਲਪ੍ਰੀਤ ਭੱਟੀ, ਰਿਮਟ ਯੂਨੀਵਰਸਿਟੀ ਗੋਬਿੰਦਗੜ੍ਹ।